पिछले समय में अमृतसर के सुल्तानविंड की एक कोठी में एसटीएफ ने 197 किलो हेरोइन बरामद की थी। कोठी का मालिक अनवर मसीह था, जिसने कोठी किराए पर दी हुई थी। जिस दिन इस कोठी पर रेड किया गया था, उस समय कोठी में रहने वाले किराएदारों को गिरफ्तार किया गया था। इसके बाद इस मामले में अनवर मसीह को भी गिरफ्तार किया गया। इसी संबंध में पारिवारिक मेंबरों और ऑल इंडिया क्रिश्चियन मोर्चा भाईचारे की ओर से प्रेस वार्ता की गई और कहा गया कि अनवर मसीह को इस मामले में फंसाया गया है। कुछ पुलिस अधिकारियों की ओर से पैसे की डिमांड भी की गई थी। पैसे दिए जाने पर भी अनवर मसीह को नहीं छोड़ा गया। पारिवारिक मेंबरों ने पंजाब सरकार और डीजीपी पंजाब से मांग की है कि इस मामले में गहराई से जांच की जाए, जो भी सच है उसे सामने लाया जाए। ऑल इंडिया क्रिश्चियन मोर्चा भाईचारे की ओर से कहा गया कि अगर मामले का सच सामने नहीं आया तो इसके खिलाफ रोष प्रदर्शन किया जाएगा। ऑल इंडिया क्रिश्चियन समाज मोर्चा के समूह अहुदेदार जिहड़े खड़े आ और साडे पास्टर साहबान कांग्रेस पार्टी तो सैम चिद्दा जी, साडे लुक्स जी जो भारतीय जनता पार्टी के पंजाब के जनरल सैकटरी आ, मिनोरिटी मोर्चे के समूह मसीह भाईचारा धन्यवाद करता हाँ। मैं जॉयल अनवर पुत्र श्री अनवर मसीह तुहाडे नाल हैरानीजनक खुलासे करन जा रहा हाँ कि जो अज तो लगभग 1.5 साल पहला पुलिस ने मेरे पिता जी नाल जुल्म कीते सन। ਉਹ इस तरह सन कि मिति 30/1/2020 ਨੂੰ ਸਾਡੀ ਕੋਠੀ ਸੁਲਤਾਨਵਿੰਡ ਪਿੰਡ ਦੇ ਏਰੀਆ ਵਿੱਚੋਂ ਫੜੀ ਗਈ 197 ਕਿਲੋ ਹੈਰੋਇਨ ਦੇ ਸਬੰਧ ਵਿੱਚ ਸਾਰੀ ਹੱਡਬੀਤੀ ਦੱਸਾਂਗਾ ਕਿ ਸਾਡੇ ਸ਼ੋਰੂਮ ਉੱਪਰ ਰਹਿੰਦੇ ਕਿਰਾਏਦਾਰ ਸੰਨੀ ਵਾਸੀ ਬਖਮੂਲਪੁਰਾ ਨੇ ਮੇਰੇ ਪਿਤਾ ਜੀ ਨੂੰ ਕਿਹਾ ਕਿ ਪ੍ਰਧਾਨ ਜੀ ਤੁਹਾਡੀ ਕੋਠੀ ਖਾਲੀ ਪਈ ਹੈ, ਜਿੰਨੀ ਦੇਰ ਤੱਕ ਰਜਿਸਟਰੀ ਨਹੀਂ ਹੁੰਦੀ ਉਦੋਂ ਤੱਕ ਮੇਰੇ ਦੋਸਤ ਸੁਖਵਿੰਦਰ ਸਿੰਘ ਨੂੰ ਇਹ ਖਾਲੀ ਪਈ ਕੋਠੀ 2 ਮਹੀਨੇ ਲਈ ਕਿਰਾਏ ਤੇ ਦੇ ਦੇਵੋ। ਅਸੀਂ ਸੁਖਵਿੰਦਰ ਸਿੰਘ ਨੂੰ ਨਹੀਂ ਸੀ ਜਾਣਦੇ ਤੇ ਉਸਨੇ ਸਾਨੂੰ ਕਿਹਾ ਕਿ ਮੈਂ ਜਿਮ ਟ੍ਰੇਨਰ ਹਾਂ, ਮੈਂ ਪਰਿਵਾਰ ਨਾਲ ਕੋਠੀ ਵਿੱਚ ਰਹਿਣਾ ਹੈ, ਜਿੰਨੀ ਦੇਰ ਤੱਕ ਉਹ ਸਾਡੀ ਕੋਠੀ ਵਿੱਚ ਰਹੇ ਅਸੀਂ ਕਦੇ ਕੋਠੀ ਦੇ ਅੰਦਰ ਨਹੀਂ ਗਏ, ਕਿਉਂਕਿ ਮੇਰੇ ਪਿਤਾ ਜੀ ਸ਼੍ਰੀ ਅਨਵਰ ਮਸੀਹ ਰਾਜਨੀਤਿਕ ਅਹੁਦੇਦਾਰ ਹੋਣ ਕਰਕੇ ਇੱਕ ਇੱਜ਼ਤਦਾਰ ਵਿਅਕਤੀ ਹੋਣ ਕਰਕੇ ਉਕਤ ਕਿਰਾਏਦਾਰਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਜਾਣਾ ਚੰਗਾ ਨਹੀਂ ਸਮਝਿਆ। ਮਿਤੀ 30/1/2020 ਨੂੰ ਐਸਟੀਐਫ ਦੁਆਰਾ ਸਾਡੀ ਕਿਰਾਏ ਤੇ ਦਿੱਤੀ ਗਈ ਕੋਠੀ ਵਿੱਚ ਰੇਡ ਕੀਤੀ ਗਈ। ਕੋਠੀ ਵਿੱਚ ਰਹਿ ਰਹੇ ਕਿਰਾਏਦਾਰ ਸੁਖਵਿੰਦਰ ਸਿੰਘ ਅਤੇ ਤਮੰਨਾ ਗੁਪਤਾ ਪਾਸੋਂ ਹੈਰੋਇਨ ਫੜੀ ਗਈ। ਇਸ ਰੇਡ ਦੌਰਾਨ ਮੇਰੇ ਪਿਤਾ ਜੀ ਚੰਡੀਗੜ੍ਹ ਸਨ। ਫਿਰ ਉਸ ਤੋਂ ਬਾਅਦ 5/1/2020 ਨੂੰ ਐਸਟੀਐਫ ਦੇ ਦਫ਼ਤਰ ਵਿੱਚ ਮੇਰੇ ਪਿਤਾ ਜੀ ਕਰੀਬ 1000 ਦੇ ਸਮਰਥਕਾਂ ਦੇ ਨਾਲ ਪੇਸ਼ ਹੋਏ ਸਨ। ਇਹਨਾਂ ਲੋਕਾਂ ਦਾ ਇਕੱਠ ਵੇਖ ਕੇ ਮੇਰੇ ਪਿਤਾ ਜੀ ਨੂੰ ਵਾਪਸ ਭੇਜ ਦਿੱਤਾ ਗਿਆ। ਫਿਰ ਉਸ ਤੋਂ 2 ਦਿਨਾਂ ਬਾਅਦ ਡੀਐਸਪੀ ਭਵਿੰਦਰ ਮਹਾਜਨ ਨੇ ਫੋਨ ਕੀਤਾ ਅਤੇ ਬੈਂਕ ਸਟੇਟਮੈਂਟ ਮੰਗਵਾਈ ਗਈ ਤੇ ਇਹ ਬੈਂਕ ਸਟੇਟਮੈਂਟ ਲੈ ਕੇ ਡੀਐਸਪੀ ਭਵਿੰਦਰ ਮਹਾਜਨ, ਏਆਈਜੀ ਰਸ਼ਪਾਲ ਸਿੰਘ, ਡੀਐਸਪੀ ਸਿਕੰਦਰ ਸਿੰਘ, ਡੀਐਸਪੀ ਅਰੁਣ ਸ਼ਰਮਾ ਦੇ ਅੱਗੇ ਪੇਸ਼ ਹੋਏ ਦਿੱਤਾ। ਇਸੇ ਹੀ ਖੁੰਦਕ ਕਰਕੇ ਮੇਰੇ ਪਿਤਾ ਜੀ ਤੇ ਝੂਠਾ ਪਰਚਾ ਕੀਤਾ ਗਿਆ ਤੇ ਇਸ ਦੌਰਾਨ ਮੇਰੇ ਪਿਤਾ ਜੀ ਕੋਲੋਂ ਇੱਕ ਨਵੀਂ ਕਾਰ ਮਾਰਕਾ ਟੋਇਟਾ ਫੋਰਚੂਨਰ ਗੱਡੀ ਦੀ ਮੰਗ ਕੀਤੀ ਗਈ ਤੇ ਮੇਰੇ ਪਿਤਾ ਜੀ ਨਿਰਦੋਸ਼ ਹੋਣ ਕਰਕੇ ਉਹਨਾਂ ਨੂੰ ਕਹਿੰਦੇ ਰਹੇ ਕਿ ਨਾ ਤਾਂ ਮੈਂ ਕਿਸੇ ਪਾਸੋਂ ਰਿਸ਼ਵਤ ਲਈ ਹੈ ਤੇ ਨਾ ਕਿਸੇ ਨੂੰ ਮੈਂ ਰਿਸ਼ਵਤ ਦੇਣੀ ਹੈ। ਕਹਿੰਦੇ ਕਿ ਮਸੀਹ ਸਾਹਿਬ ਤੁਸੀਂ ਇੱਕ ਵਾਰ ਫਿਰ ਸੋਚ ਲਵੋ। ਫਿਰ ਮੇਰੇ ਪਿਤਾ ਜੀ ਘਰ ਵਾਪਸ ਆ ਗਏ ਤੇ ਫਿਰ ਸਾਡੇ ਕੁਝ ਬੰਦੇ ਏਆਈਜੀ ਨੂੰ ਜਾਣਦੇ ਸਨ ਤੇ ਫਿਰ ਉਹਨਾਂ ਰਾਹੀਂ ਮੈਸੇਜ ਭੇਜਦੇ ਰਹੇ ਤੇ ਫਿਰ ਇਸਨੇ ਆਪਣੀ ਕੋਠੀ ਜਿਹੜੀ ਕਿ ਨਿਊ ਅੰਮ੍ਰਿਤਸਰ ਸਾਨੂੰ ਉੱਥੇ ਬੁਲਾਇਆ ਤੇ ਫੋਰਚੂਨਰ ਦੀ ਮੰਗ ਛੱਡ ਕੇ ਫਿਰ 15 ਲੱਖ ਦੇ ਆ ਗਿਆ ਕਿ 15 ਲੱਖ ਦੇ ਦਿਓ। ਪਰ ਮੇਰੇ ਪਿਤਾ ਅਨਵਰ ਮਸੀਹ ਆਪਣੇ ਸਾਥੀ ਮਸੀਹ ਆਗੂਆਂ ਨੂੰ ਕਹਿੰਦੇ ਕਿ ਜੇਕਰ ਮੇਰਾ ਕੋਈ ਦੋਸ਼ ਹੋਵੇ ਤਾਂ ਮੈਂ ਇਹਨਾਂ ਨੂੰ ਰਿਸ਼ਵਤ ਦੇਵਾਂ, ਮੈਂ ਬੇਕਸੂਰ ਹਾਂ, ਮੈਂ ਇਹਨਾਂ ਨੂੰ ਇੱਕ ਵੀ ਪੈਸਾ ਨਹੀਂ ਦੇਣਾ। ਇਸ ਤੋਂ ਬਾਅਦ ਇਹ ਸਾਡੇ ਬੰਦਿਆਂ ਨਾਲ ਅਪਰੋਚ ਕਰਦੇ ਰਹੇ ਕਿ ਅਨਵਰ ਮਸੀਹ ਕੁਝ ਦਿੰਦਾ ਹੈ ਕਿ ਨਹੀਂ। ਜਦੋਂ ਵਾਰ-ਵਾਰ ਮੇਰੇ ਪਿਤਾ ਜੀ ਇਹਨਾਂ ਨੂੰ ਰਿਸ਼ਵਤ ਦੇਣ ਤੋਂ ਨਾਂਹ ਕਰਦੇ ਰਹੇ ਤੇ ਫਿਰ ਡੀਐਸਪੀ ਦਾ ਫੋਨ ਆਇਆ ਅਤੇ ਮੇਰੇ ਪਿਤਾ ਜੀ ਨੂੰ ਕਿਹਾ ਕਿ ਆਜੋ ਤੁਹਾਡੀ ਕੋਠੀ ਦੀਆਂ ਚਾਬੀਆਂ ਅਤੇ ਗੱਡੀ ਜਿਹੜੀ ਸਾਡੀ ਫੋਰਚੂਨਰ ਗੱਡੀ ਜ਼ਬਤ ਕੀਤੀ ਸੀ ਮੋਹਾਲੀ ਦੇ ਵਿੱਚ CIA ਸਟਾਫ ਵੱਲੋਂ, ਉਹਦੀ ਮੈਂ ਚਾਬੀਆਂ ਤੁਹਾਨੂੰ ਦੇ ਦੇਵਾਂ। ਫਿਰ ਮੇਰੇ ਪਿਤਾ ਜੀ ਐਸਟੀਐਫ ਦੇ ਦਫ਼ਤਰ ਚਲੇ ਗਏ। ਐਸਟੀਐਫ ਦੇ ਦਫ਼ਤਰ ਵਿੱਚ ਵੀ ਮੇਰੇ ਪਿਤਾ ਜੀ ਨਾਲ ਰਿਸ਼ਵਤ ਦਾ ਸੌਦਾ ਕਰਦੇ ਰਹੇ। ਮੇਰੇ ਪਿਤਾ ਜੀ ਵੱਲੋਂ ਨਿਰਦੋਸ਼ ਹੋਣ ਕਰਕੇ ਬਾਰ-ਬਾਰ ਨਾ ਕਰਦੇ ਰਹੇ।
ਤੇ ਫਿਰ ਇਹਨਾਂ ਨੇ ਮੇਰੇ ਪਿਤਾ ਉੱਤੇ ਝੂਠਾ ਪਰਚਾ ਦਰਜ ਕਰਤਾ। ਮਿਤੀ 19/1/2020 ਨੂੰ ਮੇਰੇ ਪਿਤਾ ਜੀ ਦੀ ਗ੍ਰਿਫਤਾਰੀ ਪਾ ਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 2 ਦਿਨ ਦਾ ਪੁਲਿਸ ਰਿਮਾਂਡ ਲਿਆ ਅਤੇ ਰਿਮਾਂਡ ਪੀਰੀਅਡ ਦੌਰਾਨ ਫਿਰ ਮੇਰੇ ਪਿਤਾ ਜੀ ਨੂੰ ਕਹਿੰਦੇ ਰਹੇ ਕਿ ਤੇਰੇ ਕੋਲ ਕੋਠੀ ਦਾ ਬਿਆਨਾ ਪਿਆ ਹੈ ਤੇ ਸਾਨੂੰ ਆਪਣੇ ਘਰ ਵਾਲਿਆਂ ਪਾਸੋਂ ਮੰਗਵਾ ਕੇ 14.5 ਲੱਖ ਰੁਪਇਆ ਸਾਨੂੰ ਦੇ, ਅਸੀਂ ਤੇਰਾ ਛੁਟਕਾਰਾ ਕਰ ਦਿਆਂਗੇ। ਤੇ ਜਦੋਂ ਮੇਰੇ ਪਿਤਾ ਜੀ ਨਹੀਂ ਮੰਨੇ ਤਾਂ ਡੀਐਸਪੀ ਨੇ ਮੇਰੇ ਨਾਲ ਸੰਪਰਕ ਕੀਤਾ। ਮੇਰੇ ਪਾਸੋਂ 10 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ। ਮੇਰੇ ਪਾਸੋਂ 10 ਲੱਖ ਦੀ ਰਿਸ਼ਵਤ ਦੀ ਮੰਗ ਕੀਤੀ ਅਤੇ ਮੈਨੂੰ ਕਿਹਾ ਕਿ ਭਾਜੀ 10 ਮਿੰਟ ਪਲੀਜ਼ 2 ਮਿੰਟ ਬਾਅਦ 2 ਮਿੰਟ ਮੈਨੂੰ ਕਿਹਾ ਕਿ ਇਹ ਰਕਮ ਲਿਆ ਕੇ ਦੇ ਤੇ ਮੈਂ ਇਹਨਾਂ ਨੂੰ ਕਿਹਾ ਕਿ ਮੇਰੇ ਘਰ 9 ਲੱਖ ਹੀ ਪਿਆ ਹੈ। ਉਸੇ ਦਿਨ ਇਹਨਾਂ ਨੇ ਮੇਰੇ ਪਿਤਾ ਨੂੰ ਜੇਲ੍ਹ ਵਿੱਚ ਭੇਜਣਾ ਸੀ ਤੇ ਜੇਲ੍ਹ ਵਿੱਚ ਭੇਜ ਕੇ ਮੈਨੂੰ ਉਸੇ ਟਾਈਮ ਕਹਿੰਦੇ ਜਾ ਕੇ ਲਿਆ ਪੈਸੇ ਤੇ ਮੈਂ 6 ਲੱਖ ਰੁਪਈਆ AIG ਸਾਹਿਬ ਦਰ ਸਿੰਘ ਨੂੰ ਆਪਣੇ ਹੱਥੀ ਪੈਸੇ ਗਿਣਾ ਕੇ ਆਇਆ 6 ਲੱਖ ਰੁਪਈਆ ਤੇ ਫਿਰ DSP ਨੇ ਮੈਨੂੰ ਫਿਰ ਅਤੇ 3 ਲੱਖ ਰੁਪਈਆ ਮੇਰੇ ਸਾਥੀ ਅਤੇ ਮੇਰੇ ਕੋਲੋਂ DSP ਦੇ ਘਰ ਜਾ ਕੇ ਮੈਂ ਖੁਦ ਦੇ ਕੇ ਆਇਆ 6 ਲੱਖ ਨੇ ਦਫ਼ਤਰ 'ਚ ਦਿੱਤਾ STF ਦੇ AIG ਸਾਹਿਬ ਦੇ ਫੋਨ ਮੇਰੇ ਬਾਹਰ ਰਖਵਾਲੇ ਸੀ ਤੇ 3 ਲੱਖ ਰੁਪਈਆ ਮੈਂ ਇਸ ਦੇ ਮੂਨ ਐਵਨਿਊ ਵਿਖੇ ਸਥਿਤ ਇਹਨੇ ਆਲੀਸ਼ਾਨ ਮਹਿਲ ਬਣਾਇਆ DSP ਨੇ ਉਹਦੇ ਘਰ ਦੇ ਕੇ ਆਇਆ ਮੈਂ ਖੁਦ ਜਾ ਕੇ ਆਪਣੇ ਹੱਥੀ। ਨਾਲ ਮੇਰੇ ਇੱਕ ਸਾਥੀ ਹੋਰ ਹੀ, ਉਹਦੀ ਮੈਂ ਹਾਲੇ ਤੁਹਾਨੂੰ ਦੱਸ ਨਹੀਂ ਸਕਦਾ, ਉਹ ਮੈਂ ਅਗਲੀ ਪ੍ਰੈਸ ਕਾਨਫਰੰਸ 'ਚ ਦੱਸਾਂਗਾ ਤੁਹਾਨੂੰ। DSP ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਅਗਲੀ ਤਰੀਕ ਤੇ ਤੇਰੇ ਪਿਤਾ ਬਾਹਰ ਆਉਣਗੇ। ਇਸ ਤਰ੍ਹਾਂ ਕਰਕੇ ਸਾਡੇ ਨਾਲ ਜ਼ਬਰਦਸਤੀ ਧੋਖੇ ਨਾਲ ਪੈਸੇ ਮੰਗਵਾਏ ਤੇ ਫਿਰ ਉਸ ਤੋਂ ਬਾਅਦ ਮੈਂ DSP ਦੇ ਘਰ 4 ਤੋਂ 5 ਵਾਰੀ ਉਸ ਦੇ ਘਰ ਗਿਆ ਜਿਹੜਾ ਮੂਨ ਐਵਨਿਊ ਮਜੀਠਾ ਰੋਡ ਵਿਖੇ ਸਥਿਤ ਹੈ ਤੇ ਫਿਰ ਇਹਨਾਂ ਸਾਨੂੰ ਟਾਲ ਮਟੋਲ ਕਰਦੇ ਰਹੇ ਅਤੇ ਸਾਨੂੰ ਲਾਰੇ ਲੱਪੇ ਲਾਉਂਦੇ ਰਹੇ ਤੇ ਸਾਨੂੰ ਚੁੱਪ ਕਰਾਉਂਦੇ ਰਹੇ ਕਿ ਤੁਸੀਂ ਕੋਈ ਵੀ ਗੱਲ ਨਹੀਂ ਕਰਨੀ ਕਿਸੇ ਨਾਲ, ਜੇਕਰ ਕਿਸੇ ਨਾਲ ਗੱਲ ਕੀਤੀ ਤਾਂ ਫਿਰ ਤੁਹਾਡੇ ਉੱਤੇ ਵੀ ਕਾਰਵਾਈ ਕਰਾਂਗੇ। ਅਸੀਂ ਝੂਠੇ ਪਰਚੇ ਤੋਂ ਡਰਦੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। 19 ਜਨਵਰੀ ਪਾਪਾ ਉੱਥੇ ਚਲ ਗਏ ਜੇਲ੍ਹ ਦੇ ਵਿੱਚ ਤੇ ਸ਼ਾਮ ਨੂੰ ਇਹਨਾਂ ਨੇ ਉਸੇ ਟਾਈਮ ਹੀ ਮੈਨੂੰ ਕਹਿਤਾ, ਉਸੇ ਟਾਈਮ ਮੈਂ ਸ਼ਾਮ ਨੂੰ ਕਿਹੜੇ ਮਹੀਨੇ ਦੀ 19/1 19/2 ਨੂੰ ਤੇ ਤੁਸੀਂ ਅੱਜ ਤਕਰੀਬਨ 1.5 ਸਾਲ ਬਾਅਦ ਬੋਲੇ ਜੀ, ਕਿਉਂ ਬੋਲੇ ਜੀ? ਭਾਜੀ ਜਦੋਂ ਅਸੀਂ ਸਾਨੂੰ ਡਰਾਉਂਦੇ ਧਮਕਾਉਂਦੇ ਰਹੇ ਵੀ ਤੁਸੀਂ ਨਾ ਇਹ ਗੱਲ ਕਿ ਜਿਹਦੇ ਨਾਲ ਵੀ ਅਸੀਂ ਕਿਸੇ ਨਾਲ ਵੀ ਅਪਰੋਚ ਕਰਦੇ ਹਾਂ ਉਹਨਾਂ ਨੂੰ ਮਨਾ ਕਰ ਦਿੰਦੇ ਸੀਗੇ। ਹਾਂ ਅਸੀਂ ਸਾਨੂੰ ਇਹ ਕਹਿੰਦੇ ਸੀ ਕਿ ਸਾਨੂੰ ਇਹ ਡਰਾਉਂਦੇ ਸੀ ਧਮਕਾਉਂਦੇ ਸੀ ਜੇ ਤੁਸੀਂ ਬਾਹਰ ਕਿਸੇ ਨਾਲ ਗੱਲ ਕੀਤੀ ਅਸੀਂ ਤੇ ਕਿਸੇ ਬੰਦੇ ਨਾਲ ਅਪਰੋਚ ਵੀ ਕਰਦੇ ਹਾਂ ਤੇ ਉਹਨੂੰ ਵੀ ਬੁਲਾ ਕੇ ਡਰਾ ਦਿੰਦੇ ਕਿ ਤੈਨੂੰ ਵੀ ਇਨਵੋਲਵ ਕਰਾਂਗੇ। ਉਦੋਂ ਅਸੀਂ ਇਕੱਲੇ ਸੀ। ਤੁਹਾਡੀਆਂ ਗੱਲਾਂ ਫੋਨ ਤੇ ਹੁੰਦੀਆਂ ਨੇ? ਨਹੀਂ ਫੋਨ ਤੇ ਨਹੀਂ ਜੀ, ਇਹ ਸਾਨੂੰ ਬੁਲਾਉਂਦੇ ਸੀ ਬੰਦਿਆਂ ਥਰੂ ਆਪਣੇ ਮੈਸੇਜ ਭੇਜਦੇ ਸੀ ਘਰ, ਇਹ ਬੁਲਾਉਂਦੇ ਸੀ ਮੈਸੇਜ। ਲੱਗਦਾ ਸੀ ਕਿ ਅਮਰ ਮਸੀਹ ਹੋਣਾ ਦਾ ਕੋਈ ਕਸੂਰ ਨਹੀਂ, ਫਿਰ ਤੁਸੀਂ ਪੈਸੇ ਕਿਉਂ ਦਿੱਤੇ? ਕੋਈ ਭਾਜੀ ਸਾਨੂੰ ਡਰਾ ਕੇ ਜ਼ਬਰਦਸਤੀ ਇਹਨਾਂ ਨੇ ਕਿ ਤੁਹਾਨੂੰ ਅਗਲੀ ਤਰੀਕ ਤੱਕ ਬਾਹਰ ਭੇਜ ਦਾਂਗੇ। ਪਾਪਾ ਮੰਨਦੇ ਨਹੀਂ ਰਹੇ, ਜਦੋਂ ਪੈਸੇ ਨਹੀਂ ਦਿੱਤੇ ਅਸਲੀ ਜੇਲ੍ਹ 'ਚ ਪਾਪਾ ਮੰਨਦੇ ਨਹੀਂ ਰਹੇ ਕਿ ਮੈਂ ਪੈਸਾ 1 ਰੁਪਿਆ ਨਹੀਂ ਦੇਣਾ। ਉਹ ਮੰਨਦੇ ਨਹੀਂ, ਫਾਰਚੂਨਰ ਗੱਡੀ ਮੰਗਦੇ ਸੀ, ਅਸੀਂ ਇਸ ਲਈ ਨਹੀਂ ਦਿੰਦੇ। ਉਹ ਕਹਿੰਦੇ ਮੈਂ ਸੱਚਾ ਤਾਂ ਮੈਂ ਕਿਉਂ ਦਵਾਂਗਾ ਇਹਨਾਂ ਨੂੰ ਜਦੋਂ ਅਸੀਂ ਇਹ ਕੰਮ ਕਰਦੇ ਹੀ ਨਹੀਂ ਆ। ਅਜੇ ਤੱਕ ਸ਼ਰਾਬ ਸਿਗਰਟ ਤੱਕ ਨਹੀਂ ਉਹਨੇ ਹੱਥ ਲਾਇਆ। ਇਹ ਸਮੈਕ ਲੈਣੀ ਇਹ ਸਾਡੇ ਵਾਸਤੇ ਦਾ ਰੋਗ ਹੈਗਾ ਸੀ ਕੋਈ? ਅਸੀਂ ਤੇ ਮਿਹਨਤ ਕਰਨ ਵਾਲੇ ਆਂਗੇ। ਨਾਲੇ 1000 ਕਰੋੜ ਦੀ ਹੀਰੋਇਨ ਹੋਵੇ ਤੇ 70000 ਦਾ ਇਲਜ਼ਾਮ ਲਾਇਆ ਸਾਡੇ ਤੇ। ਸਾਡੇ ਕੋਲ ਹੈਗਾ ਨਾ ਕੁਝ, ਉਹਨਾਂ ਨੂੰ ਕੀੜੇ ਕੀੜੇ ਇੱਕ ਵਾਰੀ ਉਹਨਾਂ ਦਾ ਪਰਿਵਾਰਾਂ ਦਾ ਬੇੜਾ ਗਰਕ ਹੋਣਾ ਵਾ। ਹਾਂ ਇਹੀ AIG ਦਿੱਤੇ ਸਾਡੇ ਖੁੰਦਕਬਾਜੀ ਨਾਲ ਸਾਡੇ ਤੇ ਪਰਚਾ ਦਿੱਤਾ। ਸਾਡਾ ਪਰਚਾ ਹੋਇਆ ਵਾਗਾ AIG ਦਾ ਇਸ ਟਾਈਮ SSP ਬਟਾਲਾ ਲੱਗਾ, ਉਹਨੂੰ ਹੁਣੇ ਤੁਰੰਤ ਬਰਖਾਸਤ ਕੀਤਾ ਜਾਏ। ਕਦੀ ਕੋਈ ਕਹਿ ਵੀ ਜਾਵੇ ਜੇ 25 ਦਿਨ ਨਹੀਂ ਇਹਨਾਂ ਨੇ ਗੱਲ ਕੀਤੀ, ਬਾਅਦ ਚ ਇਹਨਾਂ ਨੂੰ ਕਿਵੇਂ ਚੇਤਾ ਆਇਆ? ਇਨਵੋਲਵ ਹੁੰਦੇ ਤੇ ਉਸੇ ਟਾਈਮ ਰੈਸਟ 25 ਦਿਨ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ, ਬਾਅਦ ਚ ਇਹਨਾਂ ਨੇ ਬੁਲਾ ਕੇ ਸਾਡੇ ਨਾਲ ਕੀਤੀ ਗੱਲ। ਪੈਸੇ ਦੀ ਗੱਲ ਕਰ ਰਹੇ ਹੋ, ਉਹ ਤੁਸੀਂ ਕਿਹਦੇ ਘਰ ਦੇ ਗਏ ਉਹ ਇੱਕ ਵਾਰੀ ਰਿਪੀਟ ਕਰ ਦਿਓ। ਮੈਂ ਇੱਕ ਦੇ ਕੇ ਆਇਆ ਜੇ AIG ਸਾਹਿਬ ਦੇ ਦਫ਼ਤਰ ਦੇ ਵਿੱਚ ਬੈਠ ਕੇ 6 ਲੱਖ ਰੁਪਇਆ ਦਿੱਤਾ। ਉਹ ਤੋਂ DSP ਨੇ ਆਪਣੇ ਹੱਥੀ ਪੈਸੇ ਗਿਣੇ ਆ ਤੇ ਬਾਅਦ ਚੋਂ 3 ਲੱਖ ਰੁਪਇਆ ਮੈਂ DSP ਘਰ ਜਾ ਕੇ ਦੇ ਕੇ ਆਇਆ। ਮੈਂ ਤੇ ਮੇਰਾ ਸਾਥੀ ਹੋਰ ਸੀ, ਉਹਦੇ ਮੈਂ ਖੁਲਾਸੇ ਬਾਅਦ ਚੋਂ ਕਰਾਂਗਾ। ਜੇ ਇਹਨਾਂ ਨੂੰ ਕਹਿਣਾ ਸਾਡੇ ਲਈ ਕੁਝ ਕਰੋ, ਅਸੀਂ ਕੀ ਕਰੀਏ? ਖਾ ਪੀ ਕੇ ਪੈਸੇ ਫਿਰ ਵੀ ਨਹੀਂ ਕੋਈ ਕੰਮ ਕਰਨਾ ਤੇ ਕੀ ਫਾਇਦਾ ਫਿਰ? ਦੇ ਥਰੂ ਦਿੱਤੇ ਗਏ ਜਾਂ ਡਾਇਰੈਕਟ ਉਹਨਾਂ ਨੇ ਨਹੀਂ ਡਾਇਰੈਕਟ ਮੇਰੇ ਨਾਲ ਅਪਰੋਚ ਕੀਤੀ, ਡਾਇਰੈਕਟ ਘਰੇ ਆਇਆ ਇਹਨਾਂ ਦਾ ਬੰਦਾ
ਸਾਡੇ ਨਾਲ ਕਹਿਣ ਲਈ। ਹੋਰ ਵਿਜੇ ਪ੍ਰਤਾਪ ਹੋਣਾ ਨੇ ਤੁਹਾਡੇ ਹੱਕ 'ਚ ਕੀ ਗੱਲ ਕੀਤੀ ਉਹ ਰਿਪੀਟ ਉਹ ਦੱਸੋ। ਉਹਨੇ ਸਾਡੇ ਹੱਕ 'ਚ ਰਿਪੀਟ ਗੱਲ ਕੀ ਇਹਨੇ ਗੱਲ ਇਹ ਕੀਤੀ ਆ ਕਿ ਇਹ ਨਿਰਦੋਸ਼ ਬੰਦਾ ਵਾ, ਕਿਉਂਕਿ ਉਹ ਜਦੋਂ ਆਈਪੀਐਸ ਸੀ, ਜਦੋਂ ਫਸਟ ਉਹਦੀ ਪੋਸਟਿੰਗ ਹੋਈ ਸੀ ਆਈਪੀਐਸ ਦੀ, ਉਸ ਟਾਈਮ ਏਐਸਪੀ ਥਾਣਾ ਬੀ ਡਿਵੀਜ਼ਨ ਦੇ ਵਿੱਚ ਐਸਐਚਓ ਲੱਗਦਾ। ਜਦੋਂ ਫਸਟ ਕੋਈ ਵੀ ਆਈਪੀਐਸ ਸਿਲੈਕਟ ਹੁੰਦਾ ਪਹਿਲੇ ਉਹਨੂੰ ਬਤੌਰ ਐਸਐਚਓ ਲਾਇਆ ਜਾਂਦਾ, ਉਹ ਐਸਐਚਓ ਬੀ ਡਿਵੀਜ਼ਨ ਲੱਗਾ ਸੀ। ਫਿਰ ਉਸ ਤੋਂ ਬਾਅਦ ਏਐਸਪੀ ਬਣੇ, ਫਿਰ ਉਸ ਤੋਂ ਬਾਅਦ ਐਸਐਸਪੀ ਅੰਮ੍ਰਿਤਸਰ। ਉਹਨਾਂ ਦਾ ਸਾਰਾ ਆਪਣਾ ਸਰਵਿਸ ਦਾ ਕੈਰੀਅਰ ਸਾਰਾ ਅੰਮ੍ਰਿਤਸਰ 'ਚ ਹੀ ਨਿਕਲਿਆ ਔਰ ਸਾਡੇ ਏਰੀਆ 'ਚ ਵੀ ਉਹ ਰਹੇ ਕਾਫੀ ਸਮੇਂ। ਇਸ ਲਈ ਪਾਪਾ ਨੂੰ ਉਹ ਪਿਛੋਕੜ ਪੋਲੀਟੀਕਲ ਕੈਰੀਅਰ ਸਾਰਾ ਜਾਣਦੇ ਸੀ ਕਿ ਇਹਨਾਂ ਦੀ ਸਾਜ਼ਿਸ਼ ਨਾਲ ਮੇਰੇ ਪਿਤਾ ਜੀ ਨੂੰ ਬਦਨਾਮ ਕੀਤਾ ਗਿਆ। ਕੁੰਵਰ ਵਿਜੇ ਪ੍ਰਤਾਪ ਹੋਣਾ ਨੇ ਕਿਹਾ ਵਾ ਕਿ ਇਹਨਾਂ ਨੂੰ ਝੂਠਾ ਫਸਾਇਆ ਗਿਆ ਵਾ। ਇੱਕ ਇਨੋਸੈਂਟ ਬੰਦਾ ਇੱਕ ਇਨੋਸੈਂਟ ਬੰਦਾ, ਇੱਕ ਸਾਫ਼ ਪਾਕ ਸਾਫ਼ ਬੰਦਾ, ਦਾਅਵੇ ਨਾ ਕਿਹਾ ਉਹਨਾਂ ਨੇ। ਉਹਨੇ ਕਿਹਾ ਕਿੱਥੋਂ ਇੰਨੀ ਹੀਰੋਇਨ ਆਈ ਤੇ ਕਿੱਥੇ ਜਾੜੀ ਤੇ ਨਜਾਇਜ਼ ਉਹਨੂੰ ਫਸਾਇਆ ਗਿਆ। ਉਹਨਾਂ ਦੇ ਬੰਦੇ ਨੇ ਹੀ ਕੋਠੀ ਦਾ ਸਾਡੀ ਕਿਰਾਏ ਤੇ ਲਈ ਆ, ਉਹਨਾਂ ਨੇ ਹੀ ਫਸਾਇਆ ਗਿਆ ਵਾ। ਉਹਨਾਂ ਦੀ ਨਿਊਜ਼ ਸੁਣੋ ਤੁਸੀਂ।